आया। मतलब ਉਹਦਾ ਸਾਦਾ ਜਿਹਾ ਹੈ ਕਿ ਜਿਹੜੀ ਧਰਤੀ ਤੁਹਾਡਾ ਜੀ ਲਾਉਣੋਂ ਹਟ ਜੇ ਉਹ ਫਿਰ ਤੁਹਾਡਾ ਦੇਸ਼ ਨਹੀਂ ਰਹਿੰਦਾ। ਪਰ ਸਦਕੇ ਜਾਈਏ, ਅਸ਼ਕੇ ਜਾਈਏ ਸੁਖੀ ਬਾਠ ਵਰਗੇ ਸੱਜਣਾ ਦੇ ਜਿਹੜੇ 50 ਸਾਲ ਪਹਿਲਾਂ ਇੱਥੇ ਆ ਕੇ ਉਹਨਾਂ ਨੇ ਆਪਣਾ ਜੀ ਵੀ ਲਵਾਇਆ ਤੇ ਸਾਨੂੰ ਵੀ ਇੱਥੇ ਵਾਰੀ-ਵਾਰੀ ਜੀ ਲਵਾਉਣ ਲਈ ਸੱਦਦੇ ਰਹਿੰਦੇ ਆ। ਪਿਛਲੇ ਸੈਸ਼ਨ ਵਿੱਚ ਬਹੁਤ ਗੱਲਾਂ ਹੋਈਆਂ, ਗੰਭੀਰ ਜਿਹੜੇ ਨੁਕਤੇ ਸਾਡੇ ਸਾਹਮਣੇ ਆਏ। ਉਹਦੇ ਵਿੱਚ ਜਿਹੜੀ ਆਸ ਦੀ ਕਿਰਨ ਇਹੀ ਹੈ ਕਿ ਐਸੀਆਂ ਚੀਜ਼ਾਂ ਨਾਲ ਜਦੋਂ ਅਸੀਂ ਜੁੜਦੇ ਰਵਾਂਗੇ, ਜਿਸ ਤਰ੍ਹਾਂ ਦੇ ਇਸ਼ਾਰੇ ਸਾਹਿਬ ਸਿੰਘ ਹੋਰਾਂ ਨੇ ਕੀਤੇ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅੰਦਰੋਂ ਸੋਹਣਾ ਬਣਾਉਣ ਲਈ ਜਿਸ ਕਿਸਮ ਦੇ ਵਿਰਸੇ ਉੱਤੇ ਅਸੀਂ ਮਾਣ ਕਰਦੇ ਰਹੇ ਹਾਂ ਉਸ ਗੱਲ ਵੱਲ ਇਸ਼ਾਰਾ ਕਰਦੀਆਂ। ਤਾਂ ਮੈਂ ਸੁਖੀ ਬਾਠ ਜੀ ਤੇ ਉਹਨਾਂ ਦੀ ਪੂਰੀ ਟੀਮ, ਸਾਡੇ ਦੋਸਤ ਗਵਿੰਦਰ ਚਾਂਦ ਜੀ, ਅਮਰੀਕ ਪਲਾਹੀ ਸਾਹਿਬ ਤੇ ਹੋਰ ਜਿਹੜੇ ਸੱਜਣ ਨੇ ਸਾਰੇ ਸਮਾਗਮ ਦੇ ਪਿੱਛੇ ਖੜੇ ਹੋਏ ਆ, ਉਹ ਸਾਰੇ ਲੋਕ ਹੀ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੇ ਇਸ ਇੱਕ ਐਸੇ ਸਮੇਂ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਰਾਹੀਂ ਲੋਕਾਂ ਨੂੰ ਇੱਕ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਅਸੀਂ ਸਹੀ ਦਿਸ਼ਾ ਆਪਣੀ ਪਕੜ ਸਕਦੇ ਹਾਂ। ਔਰ ਦੂਜੀ ਜਿਹੜੀ ਗੱਲ ਖੂਬਸੂਰਤ ਇਹ ਹੈ ਕਿ ਅਸੀਂ ਜਿਹੜੀ ਧਰਤੀ ਦਾ ਗਲੋਬਲ ਫੈਲਾਓ ਆ ਉਹਨੂੰ ਹੁਣ ਸ਼ਾਇਦ ਬਹੁਤੀਆਂ ਉਸ ਤਰ੍ਹਾਂ ਹੱਦਾਂ ਸਰਹੱਦਾਂ ਦੀ ਡੈਫੀਨੇਸ਼ਨ ਵਿੱਚ ਨਹੀਂ ਰੱਖ ਸਕਦੇ। ਹੁਣ ਬਹੁਤ ਅਜੀਬ ਤੇ ਨਵੇਂ ਢੰਗ ਨਾਲ ਜਿਹੜੇ ਦੇਸ਼ ਨੇ ਉਹਨਾਂ ਦੀਆਂ ਹੱਦਾਂ ਸਰਹੱਦਾਂ ਫੈਲ ਰਹੀਆਂ। ਪਹਿਲਾਂ ਅਸੀਂ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦੋ ਪੰਜਾਬ ਮੰਨਦੇ ਸੀ, ਹੁਣ ਇੱਕ ਬਹੁਤ ਵੱਡੀ ਧਿਰ ਹੈ ਜਿਹੜੀ ਤੀਜੇ ਪੰਜਾਬ ਦੀ ਬਣ ਗਈ ਹੈ, ਜਿਹੜੇ ਇਹਨਾਂ ਦੋਨਾਂ ਪੰਜਾਬਾਂ ਨੂੰ ਮਿਲਣ ਵਿੱਚ ਮਦਦ ਵੀ ਕਰਦੇ ਆ ਕਿਉਂਕਿ ਉੱਥੇ ਸਾਨੂੰ ਨਹੀਂ ਮਿਲਣ ਦਿੰਦੇ ਆਪਸ ਵਿੱਚ। ਇਸ ਕਰਕੇ ਵੀ ਤੁਹਾਡੇ ਤੀਜੇ ਪੰਜਾਬ ਵਾਲੇ ਸਾਰੇ ਸੱਜਣਾ ਲਈ ਮੇਰੀ ਇਹ ਸਤਿਕਾਰ ਹੈ ਕਿ ਤੁਸੀਂ ਐਸੇ ਸਭਾ ਬਣਾਉਂਦੇ ਹੋ ਕਿ ਇਹ ਦੋਵੇਂ ਪੰਜਾਬ ਮਿਲ ਕੇ ਤੁਹਾਡੀ ਧਰਤੀ ਤੇ ਆ ਕੇ ਆਪਸ ਵਿੱਚ ਗੱਲਾਂ ਕਰ ਲੈਣ ਤੇ ਤੁਹਾਡੀਆਂ ਗੱਲਾਂ ਵੀ ਸੁਣ ਕੇ ਜਾਣ ਤੇ ਫਿਰ ਉਸ ਉੱਤੇ ਵਿਚਾਰ ਵੀ ਕਰਨ। ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਸੈਸ਼ਨ ਸਾਡਾ ਲੱਗਿਆ ਤੇ ਰੋਟੀ ਨੇ ਤੇ ਆਪਣੇ ਬਿਲਕੁਲ ਠੀਕ ਟਾਈਮ ਤੇ ਆਉਣਾ ਹੀ ਹੁੰਦਾ, ਇਸ ਕਰਕੇ ਮੈਂ ਖੁਦ ਬਹੁਤ ਘੱਟ ਟਾਈਮ ਲਵਾਂਗਾ ਤੇ ਮੇਰੇ ਜਿਹੜੇ ਸਾਥੀ ਕਵੀ ਉਹ ਵੀ ਉਮੀਦ ਹੈ ਕਿ ਬਹੁਤ ਸੰਖੇਪ ਵਿੱਚ ਅਸੀਂ ਗੱਲਾਂ ਕਰਾਂਗੇ। ਸਿਰਫ ਮੈਂ ਇੱਕ ਗੱਲ ਕਰਨੀ ਹੈ ਕਿ ਜਦੋਂ ਅਸੀਂ ਪਿਛਲੇ ਸਮੇਂ 'ਚ ਗੱਲ ਕਰਦੇ ਹਾਂ ਕਿ ਜੀ ਵਿਚਾਰਧਾਰਾ ਦੀ ਮੌਤ ਹੋ ਚੁੱਕੀ ਹੈ, ਕਿਤਾਬ ਦੀ ਮੌਤ ਹੋ ਚੁੱਕੀ ਹੈ, ਕਵਿਤਾ ਵੀ ਚਾਹੀਦੀ ਹੈ ਕਿ ਨਹੀਂ, ਕਵਿਤਾ ਦੀ ਜ਼ਰੂਰਤ ਕੀ ਰਹਿ ਗਈ ਐਸੇ ਜ਼ਮਾਨੇ ਦੇ ਅੰਦਰ, ਜਾਂ ਕਵਿਤਾ ਕੀ ਕਰਦੀ ਹੈ, ਕਵਿਤਾ ਦਾ ਮਹਾਤਮ ਕੀ ਹੈ ਕਿ ਸਾਨੂੰ ਕਵਿਤਾ। ਤਾਂ ਜਿਹੜੀਆਂ ਗੱਲਾਂ ਪਹਿਲੇ ਸੈਸ਼ਨ ਅੰਦਰ ਪਾਲੀ ਭੁਪਿੰਦਰ ਜੀ ਨੇ, ਸਾਹਿਬ ਸਿੰਘ ਨੇ ਜਾਂ ਜੈਗ ਹੋਰਾਂ ਨੇ ਉਠਾਈਆਂ, ਜਿਸ ਕਿਸਮ ਦਾ ਦ੍ਰਿਸ਼ ਸਾਡੇ ਸਾਹਮਣੇ ਖੜਾ ਕੀਤਾ ਕਿ ਪੰਜਾਬੀ ਮਾਨਸ ਦੇ ਅੱਗੇ ਇਹੋ ਜਿਹੀ ਇੱਕ ਸਥਿਤੀ ਬਣੀ ਹੋਈ ਹੈ ਤੇ ਉਹਦੇ ਵਿੱਚੋਂ ਨਿਕਲਣ ਦਾ ਸਾਨੂੰ ਇੱਕੋ ਇੱਕ ਰਸਤਾ ਹੈ ਕਿ ਕਵਿਤਾ ਦੇ ਸਾਨੂੰ ਕੋਲ ਜਾਣਾ ਪਏਗਾ। ਇਹ ਕਵਿਤਾ ਦੀ ਭੂਮਿਕਾ ਹੈ, ਇਹ ਸਾਡੇ ਵਿਰਸੇ ਦੇ ਅੰਦਰ ਵੀ ਪਈ ਹੈ ਕਿ ਅਸੀਂ ਗੁਰਬਾਣੀ ਕੋਲ ਜਾਂਦੇ ਹਾਂ ਜਦੋਂ ਕੋਈ ਰਾਹ ਨਹੀਂ ਬਚਦਾ। ਤਾਂ ਇਸ ਤਰ੍ਹਾਂ ਕਵਿਤਾ ਤੁਹਾਨੂੰ ਬਚਾਉਂਦੀ ਹੈ। ਕਵਿਤਾ ਉਹ ਸਾਰੇ ਕੁਛ ਤੋਂ ਜਿਹੜੀ ਤੁਹਾਡੇ ਆਲੇ ਦੁਆਲੇ ਹਿੰਸਾ ਫੈਲ ਰਹੀ ਹੈ, ਤੁਹਾਡੇ ਅੰਦਰ ਹਿੰਸਾ ਬੈਠੀ ਹੋਈ ਹੈ, ਤੁਹਾਡੇ ਅੰਦਰ ਸੱਚ ਬੋਲਣ ਦੀ ਜਿਹੜੀ ਜੁਰਤ ਆ ਉਹਨੂੰ ਪੈਦਾ ਕਰਦੀ ਹੈ। ਮਿਸਾਲ ਬੈਠੇ ਬਾਬਾ ਨਜਮੀ ਹੋਰੀ ਕਿ ਜਿਹੜੀ ਕਵਿਤਾ ਉਹ ਹਮੇਸ਼ਾ ਸੱਚ ਦੀ ਇੱਕ ਤਰ੍ਹਾਂ ਅਨੁਵਾਦ ਕਰ ਰਹੀ ਹੁੰਦੀ ਹੈ। ਜਿੱਥੇ ਕਵਿਤਾ ਝੂਠੀ ਪੈ ਜਾਂਦੀ ਹੈ ਉੱਥੇ ਕਵੀ ਵੀ ਝੂਠਾ ਪੈ ਜਾਂਦਾ ਔਰ ਸਮਾਜ ਦਾ ਕਵਿਤਾ ਤੋਂ ਵਿਸ਼ਵਾਸ ਉੱਠ ਜਾਂਦਾ। ਇੱਕ ਅਮਰੀਕਨ ਕਵੀ ਹੋਇਆ ਆਰਥਰ ਰਿੰਬੋ, ਉਹਨੇ 27 ਸਾਲ ਦੀ ਉਮਰ 'ਚ ਹੀ ਕਵਿਤਾ ਲਿਖਣੀ ਛੱਡ ਦਿੱਤੀ ਸੀ। ਉਹ ਕਹਿੰਦਾ ਕਿਉਂਕਿ ਮੇਰਾ ਹੁਣ ਕੰਮ ਹੈ ਜਿਹੜਾ, ਮੈਂ ਤਾਂ ਸਲੇਵ ਦਾ ਟ੍ਰੇਡ ਕਰਨ ਲੱਗ ਪਿਆ, ਬੰਦਿਆਂ ਨੂੰ ਖਰੀਦੋ ਫਰੋਖਤ ਕਰਨ ਲੱਗ ਪਿਆ, ਕੰਮ ਤਾਂ ਮੇਰਾ ਬਹੁਤ ਮਾੜਾ ਹੈ ਤੇ ਇਸ ਕਰਕੇ ਮੈਨੂੰ ਕਵਿਤਾ ਨਹੀਂ ਲਿਖਣੀ ਚਾਹੀਦੀ। ਤੇ ਬਾਬਾ ਨਜਮੀ ਹੋਰੀ ਹੈ ਕਿ ਜਿਹੜੇ ਆਪਣੀ ਜ਼ੁਬਾਨ ਦੀ ਪੈਰਵਾਈ ਕਰਦੇ ਆ ਔਰ ਕਵਿਤਾ ਨੂੰ ਇੱਕ ਤਹਿਰੀਕ ਦੇ ਤੌਰ ਤੇ ਚਲਾ ਰਹੇ ਆ। ਇਸ ਤਰ੍ਹਾਂ ਜਿਹੜੀ ਕਵਿਤਾ ਹੈ ਉਹ ਆਪਣਾ ਦਖਲ ਦਿੰਦੀ ਹੈ, ਉਹਦੀ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ। ਅਹਿਮਦ ਸਲੀਮ ਨੇ ਇੱਕ ਨਜ਼ਮ ਲਿਖੀ ਵੱਡੀ, ਉਹਦੇ 'ਚ ਇੱਕ ਛੋਟਾ ਜਿਹਾ ਟੁਕੜਾ ਕਿ ਕੁੜੀਆਂ ਪਿਆਰ ਕਰਦੀਆਂ ਨੇ ਤਾਂ ਸਾਰੇ ਸਵਾਲ ਭੁੱਲ ਜਾਂਦੀਆਂ ਨੇ, ਸਿਰਫ ਇੰਨਾ ਯਾਦ ਰੱਖਦੀਆਂ ਨੇ ਕਿ ਉਹ ਨਹੀਂ ਹਨ, ਮਜਬੂਰ ਹੋ ਜਾਣ ਤਾਂ ਜ਼ਹਿਰ ਖਾ ਲੈਂਦੀਆਂ ਨੇ, ਹੋਰ ਮਜਬੂਰ ਹੋ ਜਾਣ ਤਾਂ ਨਜ਼ਮਾਂ ਲਿਖਦੀਆਂ ਨੇ ਮਰਨ ਜੋਗੀਆਂ ਬਹਾਦਰੀ ਨਾਲ। ਤੇ ਇਸ ਸਾਰੇ ਸਮਾਗਮ ਦੇ ਜਿਹੜੇ ਪ੍ਰਬੰਧਕਾਂ ਨੇ ਬਹੁਤ ਸੋਹਣੀ ਗੱਲ ਕੀਤੀ ਕਿ ਲਗਭਗ ਅੱਧੀਆਂ ਸਾਡੀਆਂ ਸ਼ਾਇਰਾਵਾਂ ਨੂੰ ਵੀ ਇੱਥੇ ਸੱਦਿਆ ਕਿ ਆਪਣੇ ਹਿੱਸੇ ਦੀ ਗੱਲ ਉਹ ਦੱਸਣ ਕਿ ਲਿਖ ਸਕੂੰ ਆਪਣਾ ਹਾਲ ਮੈਂ ਵੀ ਆਪਣੇ ਹੱਥ ਸੇ, ਮੇਰੇ ਸਫ਼ੇ ਪੇ ਛੋੜ ਦੇ ਥੋੜਾ ਸਾ ਹਾਸ਼ੀਆ। ਬਹੁਤ ਵਾਰੀ ਅਸੀਂ ਬੰਦੇ ਹੀ ਲਿਖਦੇ ਰਹੇ ਹਾਂ ਕਿ ਔਰਤਾਂ ਕਿਵੇਂ ਸੋਚਦੀਆਂ, ਹੁਣ ਉਹਨਾਂ ਦੀ ਕਵਿਤਾ ਵੀ ਅਸੀਂ ਲਿਖਦੇ ਹਾਂ, ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਉਹ ਆਪਣੇ ਹਿੱਸੇ ਦੀ ਗੱਲ ਆਪ ਲਿਖਣ ਲੱਗ ਪਈਆਂ। ਇਸ ਕਰਕੇ ਕਵਿਤਾ ਦਾ ਜਿਹੜਾ ਦਖਲ ਹੈ, ਕਵਿਤਾ ਦੀ ਜਿਹੜੀ ਜ਼ਰੂਰਤ ਹੈ, ਉਹ ਸਾਡੇ ਅੱਜ ਦੇ ਇਸ ਯੁੱਗ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ। ਪਿਛਲੇ ਦਿਨਾਂ 'ਚ ਮੈਂ ਇੱਕ ਸ਼ੇਰ ਲਿਖਿਆ ਸੀ ਕਿ ਜਿਸ ਵੇਲੇ
ਬੰਦੇ ਦੇ ਮਨ ਚੋਂ ਧਰਤੀ ਮੁੱਕਣ ਲੱਗਦੀ ਹੈ, ਜਿਸ ਵੇਲੇ ਬੰਦੇ ਦੇ ਮਨ ਚੋਂ ਧਰਤੀ ਮੁੱਕਣ ਲੱਗਦੀ ਹੈ, ਗਮਲੇ ਵਿੱਚ ਲਾਈਆਂ ਵੇਲਾਂ ਦੀ ਜੜ ਵੀ ਸੁੱਕਣ ਲੱਗਦੀ ਹੈ। ਤਾਂ ਐਸੇ ਸਮੇਂ ਵਿੱਚ ਕਵਿਤਾ ਦੀ ਬਹੁਤ ਜ਼ਰੂਰਤ ਹੁੰਦੀ ਹੈ, ਜਦੋਂ ਤੁਹਾਡੇ ਅੰਦਰਲੀ ਧਰਤੀ ਮੁੱਕਣ ਲੱਗਦੀ ਹੈ, ਤੁਹਾਡੇ ਗਮਲੇ ਦੀਆਂ ਵੇਲਾਂ ਵੀ ਸੁੱਕਣ ਲੱਗਦੀਆਂ, ਤਾਂ ਇਹ ਸਿਰਫ ਕਵਿਤਾ ਦਾ ਇੱਕ ਪਾਣੀ, ਉਹਦੀ ਨਮੀ ਬਚਦੀ ਹੈ, ਜਿਹਦੇ ਨਾਲ ਅਸੀਂ ਬੰਦਿਆਈ ਨੂੰ ਬਚਾ ਸਕਦੇ ਹਾਂ, ਜਿਹਦੇ ਨਾਲ ਅਸੀਂ ਬੰਦੇ ਦੀ ਖੂਬਸੂਰਤੀ ਨੂੰ, ਉਹਦੀ ਸੁੰਦਰਤਾ ਨੂੰ ਬਣਾਈ ਰੱਖ ਸਕਦੇ ਹਾਂ। ਤੇ ਕਵਿਤਾ ਵਿੱਚ ਬੰਦੇ ਦਾ ਵਿਸ਼ਵਾਸ ਬਣਿਆ ਰਹੇ ਤੇ ਸਮਾਜ ਦਾ ਬੰਦੇ ਦੇ ਅੰਦਰ ਵਿਸ਼ਵਾਸ ਬਣਿਆ ਰਹੇ। ਇਸ ਕਰਕੇ ਇਸ ਸਮੇਂ ਵਿੱਚ ਜਿਹੜੀ ਹੈ ਕਵਿਤਾ ਦੀ ਜਾਂ ਸਾਹਿਤ ਦੀ ਜਾਂ ਕਿਤਾਬ ਦੀ ਜਾਂ ਵਿਚਾਰ ਦੀ ਸ਼ਾਇਦ ਪਹਿਲਿਆਂ ਸਮੇਂ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਪਈ ਹੈ। ਇਹ ਗੱਲਾਂ ਮਤਲਬ ਪਹਿਲੇ ਸੈਸ਼ਨ 'ਚ ਬਹੁਤ ਸੋਹਣੇ ਢੰਗ ਨਾਲ ਹੋ ਗਈਆਂ। ਮੈਂ ਸਿਰਫ ਇਸ ਲਈ ਕਿਹਾ ਕਿ ਜਿਹੜੇ ਕਵੀ ਆ ਉਹਨਾਂ ਲਈ ਮੈਂ ਰਾਹ ਬਣਾ ਦਿਆਂ ਜ਼ਰਾ ਕਵਿਤਾ ਦੇ ਆਉਣ ਦਾ। ਜਿਵੇਂ ਉਹ ਕਹਿੰਦੇ ਕਿ ਮੇਰੀ ਤਾमीर के किस्से कहीं लिखे ना जाएंगे, मैं जंगल से गुजरने के लिए रस्ता बनाता हूँ, है ना। मेरा भावें ਇਹਦੇ 'ਚ ਕੋਈ ਕ੍ਰੈਡਿਟ ਨਹੀਂ ਜਾਂਦਾ, ਪਰ ਮੈਂ ਆਉਣ ਵਾਲੇ ਕਵੀਆਂ ਲਈ ਜ਼ਮੀਨ ਪੱਧਰੀ ਕਰਨੀ ਸੀ ਕਿ ਉਹਨਾਂ ਨੇ ਕਵਿਤਾ ਤੁਹਾਡੇ ਸਨਮੁਖ ਪੇਸ਼ ਕਰਨੀ ਹੈ। ਤੇ ਬਿਲਕੁਲ ਵੀ ਅਸੀਂ ਵਕਤ ਜ਼ਾਇਆ ਨਹੀਂ ਕਰਾਂਗੇ, ਤੁਹਾਡੀ ਤਵੱਜੋ ਚਾਹਾਂਗੇ। ਤੁਸੀਂ ਸਾਰੇ ਜਾਣਦੇ ਹੋ ਕਿ ਕਵਿਤਾ ਨੂੰ ਕਿਹੜੇ ਤਰੀਕੇ ਨਾਲ ਸੁਣਿਆ ਜਾ ਸਕਦਾ ਹੈ। ਤੁਸੀਂ ਸਾਰੇ ਇਹਦੇ ਸ਼ਾਮਲ ਹੋ। ਬਹੁਤ ਜਲਦੀ ਆਪਾਂ ਇਸ ਸੈਸ਼ਨ ਦੇ ਵਿੱਚ ਵੰਨਗੀਆਂ ਜਿਹੜੀਆਂ ਨੇ ਸਾਰੀਆਂ ਦੇਖ ਕੇ ਸਮਾਪਤ ਕਰਾਂਗੇ। ਤੇ ਮੈਂ ਸਿਰਫ 2 ਗਜ਼ਲਾਂ ਦੇ ਕੁਝ ਸ਼ੇਰ ਤੁਹਾਡੇ ਨਾਲ ਸਾਂਝੇ ਕਰਾਂਗੇ, ਫਿਰ ਕੱਲ੍ਹ ਆਪਾਂ ਕੁਝ ਹੋਰ ਕਵਿਤਾਵਾਂ ਪੜ੍ਹ ਸਕਦੇ ਹਾਂ। ਕਿ ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ, ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ, ਉੱਚੀ ਥਾਂ ਤੋਂ ਲੰਘਣ ਵੇਲੇ ਲਹਿ ਸਕਣਾ ਨਾ ਆਇਆ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ, ਉੱਚੀ ਥਾਂ ਤੋਂ ਲੰਘਣ ਵੇਲੇ ਲਹਿ ਸਕਣਾ ਨਾ ਆਇਆ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ, ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ, ਉਸ ਨੂੰ ਵੀ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ, ਉਸ ਨੂੰ ਵੀ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਔਰ ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ, ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ, ਦੁਨੀਆਦਾਰਾਂ ਦੀ ਦੁਨੀਆ ਵਿੱਚ ਰਹਿ ਸਕਣਾ ਨਾ ਆਇਆ। ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ, ਦੁਨੀਆਦਾਰਾਂ ਦੀ ਦੁਨੀਆ ਵਿੱਚ ਰਹਿ ਸਕਣਾ ਨਾ ਆਇਆ। ਔਰ ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ, ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ, ਕੰਡੇ ਦਾ ਚੁਭਣਾ ਵੀ ਮੈਨੂੰ ਸਹਿ ਸਕਣਾ ਨਾ ਆਇਆ। ਔਰ ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ, ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ, ਕੁਝ ਥਾਵਾਂ ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ, ਕੁਝ ਥਾਵਾਂ ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਔਰ ਇੱਕ ਸ਼ੇਰ ਦੇ ਕੁਛ 2-3-4 ਸ਼ੇਰ ਕੇ ਹੋਰ ਕਿ ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਦਿਸ਼ਾ ਦਿੰਦੇ ਨੇ ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਦਿਸ਼ਾ ਦਿੰਦੇ ਨੇ ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਸਫ਼ਰ ਕਿੰਨਾ ਦਿਸ਼ਾਵਾਂ ਦੇ ਇਸ਼ਾਰੇ ਤੋਂ ਪਰਾਂ ਵੀ ਹੈ। ਅਸੀਂ ਆਵਾਜ਼ ਨੂੰ ਫੜ ਕੇ ਹੀ ਸਭ ਰਮਜ਼ਾਂ ਸਮਝਦੇ ਹਾਂ, ਅਸੀਂ ਆਵਾਜ਼ ਨੂੰ ਫੜ ਕੇ ਹੀ ਸਭ ਰਮਜ਼ਾਂ ਸਮਝਦੇ ਹਾਂ, ਬੜਾ ਕੁਝ ਬੋਲ ਤੋਂ ਪਹਿਲਾਂ ਬੁਲਾਰੇ ਤੋਂ ਪਰਾਂ ਵੀ ਹੈ। ਅਸੀਂ ਆਵਾਜ਼ ਨੂੰ ਫੜ ਕੇ ਹੀ ਸਭ ਰਮਜ਼ਾਂ ਸਮਝਦੇ ਹਾਂ, ਬੜਾ ਕੁਝ ਬੋਲ ਤੋਂ ਪਹਿਲਾਂ ਬੁਲਾਰੇ ਤੋਂ ਪਰਾਂ ਵੀ ਹੈ। ਔਰ ਇੱਕ ਇਹਦੇ 'ਚ ਬਾਰੀਕ ਸ਼ੇਰ ਹੈ ਕਿ ਥਲਾਂ ਦੀ ਰੇਤ ਵੀ ਉਸ ਦਾ ਉਛਾਲਾ ਲੋਚਦੀ ਰਹਿੰਦੀ, ਥਲਾਂ ਦੀ ਰੇਤ ਵੀ ਉਸ ਦਾ ਉਛਾਲਾ ਲੋਚਦੀ ਰਹਿੰਦੀ, ਨਦੀ ਦਾ ਦੇਸ ਤਾਂ ਉਸ ਦੇ ਕਿਨਾਰੇ ਤੋਂ ਪਰਾਂ ਵੀ ਹੈ। ਥਲਾਂ ਦੀ ਰੇਤ ਵੀ ਉਸ ਦਾ ਉਛਾਲਾ ਲੋਚਦੀ ਰਹਿੰਦੀ, ਨਦੀ ਦਾ ਦੇਸ ਤਾਂ ਉਸ ਦੇ ਕਿਨਾਰੇ ਤੋਂ ਪਰਾਂ ਵੀ ਹੈ। ਔਰ ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲਹਿ ਨਹੀਂ ਮੁੱਕੀ, ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲਹਿ ਨਹੀਂ ਮੁੱਕੀ, ਕਿਵੇਂ ਦੱਸਾਂ
ਕਿ ਮਸਤੀ ਤਾਂ ਹੁਲਾਰੇ ਤੋਂ ਪਰਾਂ ਵੀ ਹੈ। ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ, ਕਿਵੇਂ ਦੱਸਾਂ ਕਿ ਮਸਤੀ ਤਾਂ ਹੁਲਾਰੇ ਤੋਂ ਪਰਾਂ ਵੀ ਹੈ। ਬਹੁਤ ਸ਼ੁਕਰੀਆ ਜੀ।